A very good morning to all the students of Plus One Arts। हाँ जी मेरे प्यारे ਬੱਚਿਓ, ਕਿਵੇਂ ਹੋ ਤੁਸੀਂ? ਉਮੀਦ ਹੈ ਕਿ ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਖੈਰੀਅਤ ਨਾਲ ਹੋ, ਤੰਦਰੁਸਤ ਹੋ ਅਤੇ ਸਿਹਤਮੰਦ ਹੋ। ਤੇ ਹੁਣ ਤੱਕ ਦਾ ਜਿੰਨਾ ਵੀ ਤੁਹਾਨੂੰ ਇਸ ਲਾਕਡਾਊਨ ਪੀਰੀਅਡ ਦੇ ਵਿੱਚ ਹੋਮਵਰਕ ਭੇਜਿਆ ਜਾ ਰਿਹਾ ਹੈ ਡਿਫਰੈਂਟ ਸਬਜੈਕਟਸ ਦਾ, ਉਸ ਨੂੰ ਤੁਸੀਂ ਆਪਣੀਆਂ ਕਾਪੀਆਂ 'ਤੇ ਵੀ ਜ਼ਰੂਰ ਲਿਖ ਰਹੇ ਹੋਵੋਗੇ ਔਰ ਲਿਖਣ ਦੇ ਨਾਲ ਤੁਸੀਂ ਉਸ ਦੀ ਦੁਹਰਾਈ ਵੀ ਕਰ ਰਹੇ ਹੋਵੋਗੇ। ਪਿਆਰੇ ਬੱਚਿਓ, ਲਾਕਡਾਊਨ ਦਾ ਇਹ ਪੀਰੀਅਡ ਤੁਹਾਨੂੰ ਸਹੀ ਦ੍ਰਿਸ਼ਟੀਕੋਣ ਵੱਲ ਲੈ ਕੇ ਜਾਣ ਵਾਲਾ ਪੀਰੀਅਡ ਹੈ। ਤੁਸੀਂ ਆਪਣੇ ਦ੍ਰਿਸ਼ਟੀਕੋਣ ਨੂੰ, ਆਪਣੇ ਵਿਜ਼ਨ ਨੂੰ ਬਹੁਤ ਸ਼ਾਰਪ ਕਰ ਸਕਦੇ ਹੋ ਇਸ ਟਾਈਮ ਵਿੱਚ। ਸੋ ਡੀਅਰ ਸਟੂਡੈਂਟਸ, ਜਿੰਨਾ ਵੀ ਤੁਹਾਨੂੰ ਹੋਮਵਰਕ ਡਿਫਰੈਂਟ ਸਬਜੈਕਟਸ ਦਾ ਭੇਜਿਆ ਜਾ ਰਿਹਾ ਹੈ ਥਰੂ ਆਡੀਓਜ਼, ਥਰੂ ਵੀਡੀਓਜ਼ ਜਾਂ ਕੋਈ ਵੀ ਲਿੰਕਸ ਭੇਜੇ ਜਾ ਰਹੇ ਨੇ ਤੁਹਾਨੂੰ ਚੈਪਟਰਸ ਦੇ, ਸੋ ਪਲੀਜ਼ ਉਹਨਾਂ ਨੂੰ ਤੁਸੀਂ ਬਹੁਤ ਹੀ ਗੰਭੀਰਤਾ ਦੇ ਨਾਲ ਲਓ, ਧਿਆਨ ਨਾਲ ਸੁਣੋ, ਸਮਝੋ ਅਤੇ ਰਿਟਨ ਪ੍ਰੈਕਟਿਸ ਜ਼ਰੂਰ ਕਰੋ। ਸੋ ਅੱਜ ਇੱਕ ਵਾਰ ਫਿਰ ਤੋਂ ਮੈਂ ਤੁਹਾਡਾ ਪੰਜਾਬੀ ਵਿਸ਼ੇ ਦਾ ਅਧਿਆਪਕ ਯੋਗੇਸ਼ ਸ਼ਰਮਾ ਇੱਕ ਨਵੇਂ ਵਿਸ਼ੇ ਨੂੰ ਲੈ ਕੇ ਤੁਹਾਡੇ ਨਾਲ ਰੂਬਰੂ ਹੋਣ ਜਾ ਰਿਹਾ ਹਾਂ। ਵਿਸ਼ਾ ਹੈ ਸ਼ਬਦ। ਦੇਹ ਸ਼ਿਵਾ ਬਰ ਮੋਹੇ ਇਹ, ਅਤੇ ਗੁਰੂ ਕਵੀ ਹਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਬੇਸਿਕਲੀ 10ਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸ਼ਬਦ ਦੇ ਵਿੱਚ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਚੰਗੇ ਅਤੇ ਨੇਕ ਕਰਮ ਕਰਨ ਲਈ ਅਤੇ ਮੈਦਾਨੇ ਜੰਗ ਵਿੱਚ ਜੂਝਣ ਲਈ ਮਨ ਵਿੱਚ ਆਤਮ ਵਿਸ਼ਵਾਸ ਅਤੇ ਸਮਰਪਣ ਦੀ ਭਾਵਨਾ ਦਾ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਇਹ ਕਹਿ ਦਿੱਤਾ ਹੈ ਕਿ ਜਦੋਂ ਵੀ ਤੁਹਾਨੂੰ ਚੰਗੇ ਕਰਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਪਿੱਛੇ ਨਾ ਹਟੋ, ਕਰੋ। ਜੇ ਤੁਹਾਨੂੰ ਕਿਸੇ ਕੰਮ ਨੂੰ ਕਰਦਿਆਂ ਕੁਝ ਚੰਗਾ ਮਿਲ ਰਿਹਾ ਹੈ ਤਾਂ ਉਸ ਕੰਮ ਦੇ ਵਿੱਚ ਖੁੱਭ ਜਾਓ, ਉਸ ਕੰਮ ਨੂੰ ਪੂਰੇ ਆਤਮ ਸਮਰਪਣ ਦੇ ਨਾਲ ਕਰੋ, ਕਿਉਂਕਿ ਚੰਗੇ ਕਰਮ ਕਰਨ ਦੇ ਵਿੱਚ ਮਨੁੱਖਾਂ ਦੀ ਭਲਾਈ ਛੁਪੀ ਹੁੰਦੀ ਹੈ। ਸੋ ਇਸੇ ਤਰੀਕੇ ਦੇ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸ਼ਬਦ ਦੇਹ ਸ਼ਿਵਾ ਬਰ ਮੋਹੇ ਇਹ ਵਿੱਚ ਸਮਝਾਉਣ ਦਾ ਯਤਨ ਕੀਤਾ ਹੈ। ਸੋ ਆਓ ਮੇਰੇ ਪਿਆਰੇ ਬੱਚਿਓ, ਮੈਂ ਸਤਰਾਂ ਦੀ ਐਕਸਪਲੇਨੇਸ਼ਨ ਕਰ ਰਿਹਾ ਹਾਂ। ਸੋ ਧਿਆਨ ਨਾਲ ਇਹਨਾਂ ਸਤਰਾਂ ਨੂੰ ਸੁਣਨਾ। ਇਹ ਤੁਹਾਡੀ ਪਾਠ ਪੁਸਤਕ ਕਾਵ ਰੰਗ ਵਿੱਚ ਦਰਜ ਵੀ ਹੈ ਸ਼ਬਦ। ਸੋ ਤੁਹਾਡੇ ਕੋਲ ਪਾਠ ਪੁਸਤਕਾਂ ਵੀ ਹਨ, ਤਾਂ ਕਿਰਪਾ ਕਰਕੇ ਆਪਣੀ ਪਾਠ ਪੁਸਤਕ ਦੇ ਪੰਨਿਆਂ ਨੂੰ ਖੋਲ੍ਹ ਕੇ ਇਸ ਸ਼ਬਦ ਨੂੰ, ਯਾਨੀ ਕਿ ਦੇਹ ਸ਼ਿਵਾ ਬਰ ਮੋਹੇ ਇਹ ਸ਼ਬਦ ਨੂੰ ਵੇਖੋ, ਇਸ ਆਡੀਓ ਨੂੰ ਸੁਣੋ, ਸਮਝੋ ਅਤੇ ਇਸ ਦੀ ਪ੍ਰਸੰਗ ਸਹਿਤ ਵਿਆਖਿਆ ਲਿਖਣ ਦੀ ਕੋਸ਼ਿਸ਼ ਕਰੋ। ਆਓ ਹੁਣ ਸਤਰਾਂ ਵੱਲ ਵਧੀਏ। ਦੇਹ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬ ਹੂੰ ਨਾ ਟਰੋਂ, ਨਾ ਡਰੋਂ ਅਰ ਸੋ ਜਬ ਜਾਏ ਲਰੋਂ, ਨਿਸ਼ਚੈ ਕਰ ਆਪਣੀ ਜੀਤ ਕਰੋ। ਪਹਿਲੀ ਸਤਰ ਕਿ ਦੇਹ ਸ਼ਿਵਾ ਬਰ ਮੋਹੇ ਇਹ, ਸ਼ਿਵਾ ਇੱਥੇ ਕਿਹਾ ਗਿਆ ਹੈ ਪਰਮਾਤਮਾ ਨੂੰ, ਬਰ ਭਾਵ ਵਰ, ਵਰਦਾਨ, ਮੋਹੇ ਭਾਵ ਮੈਨੂੰ, ਕਰਮਨ ਭਾਵ ਕਰਮਾਂ ਤੋਂ, ਟਰੋਂ ਭਾਵ ਹਟਾਂ, ਅਰ ਭਾਵ ਦੁਸ਼ਮਣ, ਲਰੋਂ ਭਾਵ ਲੜਨਾ। ਸੋ ਗੁਰੂ ਕਵੀ ਫਰਮਾਉਂਦੇ ਹਨ ਕਿ ਦੇਹ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨ ਟਰੋਂ, ਨਾ ਡਰੋਂ ਅਰ ਸੋ ਜਬ ਜਾਏ ਲਰੋਂ, ਨਿਸ਼ਚੈ ਕਰ ਆਪਣੀ ਜੀਤ ਕਰੋ। ਇਹਨਾਂ ਕਾਵ ਸਤਰਾਂ ਵਿੱਚ ਗੁਰੂ ਜੀ ਫਰਮਾਉਂਦੇ ਹਨ ਕਿ ਹੇ ਪਰਮਾਤਮਾ, ਮੈਨੂੰ ਇਹ ਵਰ ਦਿਓ ਕਿ ਮੈਂ ਚੰਗੇ ਅਤੇ ਨੇਕ ਕੰਮਾਂ ਤੋਂ ਕਦੇ ਪਿੱਛੇ ਨਾ ਹਟਾਂ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰਮਾਤਮਾ ਤੋਂ ਇਹ ਵਰ ਮੰਗਿਆ, ਇਹ ਵਰਦਾਨ ਮੰਗਿਆ ਕਿ ਹੇ ਪਰਮਾਤਮਾ, ਮੇਰੇ ਉੱਤੇ ਇੰਨੀ ਬਖਸ਼ਿਸ਼ ਕਰੋ ਕਿ ਜਦੋਂ ਕਦੇ ਵੀ ਮੈਂ ਚੰਗੇ ਕਰਮ ਕਰਾਂ ਤਾਂ ਮੈਂ ਚੰਗੇ ਕਰਮ ਕਰਦਿਆਂ ਕਦੇ ਵੀ ਪਿੱਛੇ ਨਾ ਹਟਾਂ। ਧਰਮ ਦੀ ਖਾਤਰ ਜਦੋਂ ਮੈਂ ਮੈਦਾਨੇ ਜੰਗ ਵਿੱਚ ਜੰਗ ਕਰਨ ਲਈ ਜਾਵਾਂ ਤਾਂ ਮੈਂ ਨਿਡਰ ਹੋ ਕੇ ਜਾਵਾਂ। ਲਾਈਨ ਸੀ ਕਿ ਦੇਹ ਸ਼ਿਵਾ ਬਰ ਮੋਹੇ ਇਹ ਹੈ, ਹੇ ਪਰਮਾਤਮਾ ਮੈਨੂੰ ਅਜਿਹਾ ਵਰਦਾਨ ਦਿਓ, ਸ਼ੁਭ ਕਰਮਨ ਤੇ ਕਬਹੂ ਨਾ ਟਰੂੰ, ਭਾਵ ਮੈਂ ਚੰਗੇ ਕਰਮ, ਸ਼ੁਭ ਕਰਮਨ ਭਾਵ ਚੰਗੇ ਕਰਮਾਂ ਨੂੰ ਕਰਨ ਤੋਂ ਕਦੇ ਵੀ ਪਿੱਛੇ ਨਾ ਹਟਾਂ। ਟਰੋਂ ਸ਼ਬਦ ਆਇਆ ਨਾ ਇੱਥੇ, ਟਰੋਂ ਦਾ ਮਤਲਬ ਪਿੱਛੇ ਨੂੰ ਹਟਣਾ। ਨਾ ਡਰੋਂ ਅਰ ਸੋਂ ਜਬ ਜਾਏ ਲਰੂੰ,
ਲੜਾਈ ਕਿੱਥੇ ਹੁੰਦੀ ਹੈ? ਜੰਗ ਦੇ ਮੈਦਾਨ ਦੇ ਵਿੱਚ। ਕਿ ਜਦੋਂ ਕਦੇ ਵੀ ਮੈਂ ਧਰਮ ਦੇ ਖਾਤਰ, ਜੇ ਧਰਮ ਤੇ ਕੋਈ ਅਤਿਆਚਾਰ ਹੋ ਰਿਹਾ ਹੈ, ਜ਼ੁਲਮ ਹੋ ਰਿਹਾ ਹੈ, ਜ਼ਬਰ ਹੋ ਰਿਹਾ ਹੈ, ਤਾਂ ਮੈਂ ਉਸ ਧਰਮ ਨੂੰ ਬਚਾਉਣ ਦੀ ਖਾਤਰ ਮੈਦਾਨੇ ਜੰਗ ਦੇ ਵਿੱਚ ਜੰਗ ਲੜਾਂ, ਪਰ ਪਿੱਛੇ ਨਾ ਹਟਾਂ। ਨਿਸ਼ਚੇ ਕਰ ਆਪਣੀ ਜੀਤ ਕਰੋ। ਤੇ ਜੰਗ ਦੇ ਮੈਦਾਨ ਦੇ ਵਿੱਚ ਲੜਦਿਆਂ ਹੋਇਆ ਮੈਂ ਆਪਣੀ ਜੀਤ ਕਰਾਂ, ਭਾਵ ਆਪਣੀ ਫਤਿਹ ਕਰਾਂ ਤੇ ਦੁਸ਼ਮਣਾਂ ਦਾ ਖਾਤਮਾ ਕਰਾਂ। ਮੈਂ ਆਪਣੇ ਦੁਸ਼ਮਣਾਂ ਤੋਂ ਕਦੇ ਨਾ ਡਰਾਂ ਤੇ ਦੁਸ਼ਮਣਾਂ ਤੇ ਜਿੱਤ ਹਾਸਲ ਕਰਨ ਲਈ ਮੇਰੇ ਇਰਾਦੇ ਦ੍ਰਿੜ ਰਹਿਣ, ਤਾਂ ਹੀ ਮੈਂ ਯਕੀਨਨ ਜਿੱਤ ਹਾਸਲ ਕਰ ਸਕਦਾ ਹਾਂ। ਭਾਵ ਕਿ ਗੁਰੂ ਜੀ ਮੈਦਾਨੇ ਜੰਗ ਵਿੱਚ ਪੂਰੀ ਬੀਰਤਾ ਤੇ ਦ੍ਰਿੜਤਾ ਨਾਲ ਲੜਨ ਲਈ ਤੇ ਜਿੱਤ ਹਾਸਲ ਕਰਨ ਲਈ ਪਰਮਾਤਮਾ ਤੋਂ ਆਸ਼ੀਰਵਾਦ ਲੈ ਰਹੇ ਹਨ। ਅਗਲੀਆਂ ਸਤਰਾਂ। अर सिख हो अपने ही मन को, एह लालच हाओ गुन ताओ उचरो, जब आव की औध निधान बनै, अत ही रन मैं तब जूझ मरो। अर सिख हो अपने ही मन को, अर भाव अते सिख हाओ भाव सिक्ख्या देवां, गुन इत्थे शब्द आया है, एह लालच हाओ गुन ताओ उचराओ, गुन भाव महिमा, ताओ भाव तेरी, उचराओ भाव कहाँ आखां, जब आव की औध निधान बने, आव भाव मेरी, औध भाव उमर, निधान भाव अंत दा समा, अत ही रन मैं तब जूझ मरो, रण भाव मैदाने जंग। गुरु कवि इन्हां सतरां विच फरमाउंदे हन कि अर सिख हो अपने ही मन को, भाव इन्हां सतरां विच गुरु जी कह रहे ने कि मैं अपने मन नूं भी इहो सिक्ख्या देवां कि जे मन विच कोई लालच आवे तां ਉਹ ਵੀ परमात्मा दे गुणगान करन दा ही लालच होवे। अर सिख हो अपने ही मन को, सिख भाव मैं अपने मन नूं भी यही सिक्ख्या दिना हाँ, इहो ही मत दिना हाँ, इहो संदेश दिना हाँ। ਇਹ ਲਾਲਚ ਹਾਓ ਗੁਣ ਤਾਓ ਉਚਰੋ, ਕਿ ਜੇਕਰ ਮੇਰੇ ਮਨ ਦੇ ਵਿੱਚ ਕਦੇ ਕਿਸੇ ਕਿਸਮ ਦਾ ਲਾਲਚ ਆਵੇ ਤਾਂ ਉਹ ਲਾਲਚ ਕਿਸ ਕਿਸਮ ਦਾ ਹੋਣਾ ਚਾਹੀਦਾ ਹੈ? ਤੁਹਾਡੇ ਨਾਮ ਦਾ ਲਾਲਚ ਹੋਣਾ ਚਾਹੀਦਾ ਹੈ, ਤੁਹਾਡੇ ਸਿਮਰਨ ਦਾ ਲਾਲਚ ਹੋਣਾ ਚਾਹੀਦਾ ਹੈ, ਪਰਮਾਤਮਾ ਦੇ ਨਾਮ ਦਾ ਲਾਲਚ ਹੋਣਾ ਚਾਹੀਦਾ ਹੈ। ਜਬ ਆਵ ਕੀ ਔਧ ਨਿਧਾਨ ਬਨੇ, ਜਬ ਆਵ ਦਾ ਮਤਲਬ ਸੀ ਮੇਰੀ, ਔਧ ਭਾਵ ਉਮਰ, ਨਿਧਾਨ ਭਾਵ ਅੰਤ, ਸਮਾਂ, ਅਤ ਹੀ ਰਣ ਮੈਂ ਤਬ ਜੂਝ ਮਰੋ। ਗੁਰੂ ਕਵੀ ਇਹਨਾਂ ਸਤਰਾਂ ਵਿੱਚ ਫਰਮਾਉਂਦੇ ਹਨ ਕਿ ਜਦੋਂ ਮੇਰੀ ਉਮਰ ਦਾ ਅੰਤ ਸਮਾਂ ਨੇੜੇ ਆ ਜਾਵੇ ਤਾਂ ਵੀ ਮੈਂ ਮੈਦਾਨੇ ਜੰਗ ਵਿੱਚ ਜੂਝਦਾ ਹੋਇਆ ਮਰਨਾ ਚਾਹੁੰਦਾ ਹਾਂ। ਭਾਵ ਮੈਦਾਨੇ ਜੰਗ ਵਿੱਚ ਜਾ ਕੇ ਮੈਂ ਪਿੱਛੇ ਨਹੀਂ ਹਟਣਾ ਚਾਹੁੰਦਾ, ਭਾਵੇਂ ਜੰਗ ਦੇ ਮੈਦਾਨ ਦੇ ਵਿੱਚ ਲੜਦਿਆਂ ਮੈਨੂੰ ਆਪਣੀ ਕੁਰਬਾਨੀ ਕਿਉਂ ਨਾ ਦੇਣੀ ਪੈ ਜਾਵੇ, ਪਰ ਮੈਂ ਫਤਿਹ ਹਾਸਲ ਕਰਕੇ ਹੀ ਰਵਾਂਗਾ। ਅਜਿਹੀ ਬਖਸ਼ਿਸ਼ ਮੇਰੇ ਤੇ ਕਰੋ, ਅਜਿਹਾ ਵਰਦਾਨ ਮੈਨੂੰ ਦਿਓ। ਭਾਵ ਵੀਰ ਯੋਧਿਆਂ ਵਿੱਚ ਧਰਮ ਦੀ ਖਾਤਰ ਹੱਸਦੇ ਹੋਏ ਮੈਦਾਨੇ ਜੰਗ ਵਿੱਚ ਆਪਾ ਵਾਰਨ ਦੀ ਭਾਵਨਾ ਹੋਣੀ ਚਾਹੀਦੀ ਹੈ। ਸੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸ਼ਬਦ ਦੇਹ ਸ਼ਿਵਾ ਬਰ ਮੋਹ ਹੈ ਇਹ ਵਿੱਚ ਬੜੇ ਸਪਸ਼ਟ ਰੂਪ ਵਿੱਚ ਦੱਸਿਆ ਹੈ ਕਿ ਮੈਂ ਕਦੇ ਵੀ ਚੰਗੇ ਕਰਮਾਂ ਨੂੰ ਕਰਨ ਤੋਂ ਪਿੱਛੇ ਨਾ ਹਟਾਂ। ਮੈਦਾਨੇ ਜੰਗ ਦੇ ਵਿੱਚ ਜੇਕਰ ਧਰਮ ਦੀ ਖਾਤਰ ਮੈਨੂੰ ਲੜਨਾ ਪੈ ਰਿਹਾ ਹੈ ਤਾਂ ਮੈਂ ਕਦੀ ਪਿੱਛੇ ਨਾ ਹਟਾਂ। ਮੈਦਾਨੇ ਜੰਗ ਦੇ ਵਿੱਚ ਜੇਕਰ ਮੈਨੂੰ ਆਪਣੀ ਕੁਰਬਾਨੀ ਵੀ ਦੇਣੀ ਪੈ ਜਾਂਦੀ ਹੈ ਤਾਂ ਮੈਂ ਹੱਸਦੇ ਹੱਸਦੇ ਉਸ ਮੌਤ ਨੂੰ ਕਬੂਲ ਕਰ ਲਵਾਂ। ਮੇਰਾ ਅੰਤ ਸਮਾਂ ਜਦੋਂ ਵੀ ਨੇੜੇ ਆਵੇ ਤਾਂ ਉਸ ਸਮੇਂ ਮੈਂ ਮੈਦਾਨੇ ਜੰਗ ਵਿੱਚ ਹੋਵਾਂ, ਅਤਿਆਚਾਰ ਜ਼ਬਰ ਜ਼ੁਲਮ ਦੇ ਖਿਲਾਫ ਲੜ ਰਿਹਾ ਹੋਵਾਂ। ਮੇਰੇ ਮਨ ਵਿੱਚ ਜੇਕਰ ਕੋਈ ਲਾਲਚ ਵੀ ਆਵੇ ਤਾਂ ਉਹ ਲਾਲਚ ਸਿਰਫ ਤੇ ਸਿਰਫ ਤੁਹਾਡੇ ਨਾਮ ਦਾ ਹੋਵੇ। हे परमात्मा ਅਜਿਹੀ ਦਾਤ ਬਖਸ਼ ਕਿ ਮੇਰੇ ਮਨ ਵਿੱਚ ਹਮੇਸ਼ਾ ਤੁਹਾਡੇ ਨਾਮ ਦੀ ਦਾਤ ਚਲਦੀ ਰਹੇ, ਤੁਹਾਡਾ ਨਾਮ ਵਸਿਆ ਰਹੇ, ਮੈਂ ਹਰ ਸਮੇਂ ਤੁਹਾਡਾ ਨਾਮ ਸਿਮਰਨ ਕਰਦਾ ਰਹਾਂ। ਸੋ ਇਹ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਸ਼ਬਦ ਦੇਹ ਸ਼ਿਵਾ ਬਰ ਮੋਹ ਇਹ, ਜਿਸ ਦੀ ਮੈਂ ਪ੍ਰਸੰਗ ਸਹਿਤ ਵਿਆਖਿਆ ਤੁਹਾਨੂੰ ਦੱਸੀ ਹੈ। ਪਿਆਰੇ ਬੱਚਿਓ, ਜਦੋਂ ਵੀ ਅਸੀਂ ਪ੍ਰਸੰਗ ਲਿਖਣਾ ਹੈ, ਪ੍ਰਸੰਗ ਦੇ ਵਿੱਚ 3 ਚੀਜ਼ਾਂ ਨੂੰ ਬੜੇ ਹੀ ਧਿਆਨ ਨਾਲ ਲਿਖੋ। ਉਹਨਾਂ ਦੇ ਮਾਰਕਸ ਹੁੰਦੇ ਹਨ, 1-1 ਨੰਬਰ ਹੁੰਦਾ ਹੈ ਉਹਨਾਂ ਦਾ। ਜਿਵੇਂ ਕਿ ਪਾਠ ਪੁਸਤਕ, ਉਸ ਤੋਂ ਬਾਅਦ ਕਵਿਤਾ ਦਾ ਨਾਮ, ਉਸ ਤੋਂ ਬਾਅਦ ਕਵੀ ਦਾ ਨਾਮ। ਇਹ 3 ਚੀਜ਼ਾਂ ਜ਼ਰੂਰ ਤੁਸੀਂ ਪ੍ਰਸੰਗ ਦੇ ਵਿੱਚ ਲਿਖਣੀਆਂ ਹਨ। ਪ੍ਰਸੰਗ ਸ਼ੁਰੂ ਕਰਨ ਵੇਲੇ ਕਿਸ ਤਰ੍ਹਾਂ ਸ਼ੁਰੂ ਕਰੋਗੇ ਕਿ ਇਹ ਕਾਵ ਸਤਰਾ ਸਾਡੀ ਪੰਜਾਬੀ ਦੀ ਪਾਠ ਪੁਸਤਕ ਕਾਵ ਰੰਗ ਵਿੱਚ ਦਰਜ ਸ਼ਬਦ ਦੇਹ ਸ਼ਿਵਾ ਬਰ ਮੋਹੇ ਇਹ ਵਿੱਚੋਂ ਲਈਆਂ ਗਈਆਂ ਹਨ, ਜਿਸ ਦੇ ਕਵੀ ਹਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਇਹਨਾਂ ਸਤਰਾਂ ਦੇ ਵਿੱਚ 3 ਚੀਜ਼ਾਂ
ਮੁੱਖ ਰੂਪ ਵਿੱਚ ਆ ਗਈਆਂ। ਪਾਠ ਪੁਸਤਕ ਕਾਵ ਰੰਗ ਦਾ ਨਾਮ, ਉਸ ਤੋਂ ਬਾਅਦ ਕਵਿਤਾ ਯਾਨੀ ਸ਼ਬਦ ਦਾ ਨਾਮ ਦੇਹ ਸ਼ਿਵਾ ਬਰ ਮੋਹ ਹੈ ਇਹ ਹੈ, ਤੇ ਉਸ ਤੋਂ ਬਾਅਦ ਗੁਰੂ ਕਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਆ ਗਿਆ। ਨਾਲ ਹੀ ਇੱਕ ਸਤਰ ਹੋਰ ਜੋੜਨੀ ਹੁੰਦੀ ਹੈ ਪ੍ਰਸੰਗ ਦੇ ਵਿੱਚ ਹੀ ਕਿ ਇਸ ਪੂਰੇ ਪ੍ਰਸੰਗ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਗੁਰੂ ਜੀ ਨੇ परमात्मा तो यह वर मंगया है कि हे परमात्मा मैनू अजिहा वर दिओ कि मैं कदे भी चंगे काम करन तो पिछे ना हटा। उस तो बाद बेटा जी जदों तुसीं व्याख्या लिखनी है तो व्याख्या दे विच वर्ड टू वर्ड एक्सप्लेन करना हुंदा है। हू बहू कविता दीयां सतरां नहीं उतारनियां हुंदियां व्याख्या दे विच, बल्कि उन्हां सतरां नूं एक्सप्लेन करना हुंदा है जिवें मैं तुहानूं व्याख्या दे विच समझाया है। सो मैनू उम्मीद है कि तुसीं इस प्रसंग सहित व्याख्या नूं ध्यानपूर्वक सुनोगे तो प्रसंग सहित व्याख्या की दोहराई भी करोगे। सो मैं दोबारा फिर तुहाडे नाल मिलांगा एक नवे विषय नूं लैके। तद तक दे लई धन्नवाद।